सब तो पहले जिहड़ा असी 26 अप्रैल ਨੂੰ 13/13 मिशन का कोविड हॉस्पिटल 36 घंटे की 50 बैडिड हॉस्पिटल असी चंडीगढ़ बनाया, जिन्हें 3 महीने 284 के करीब पेशेंट जिहड़े साडे कोल ठीक होए और फुल फ्लैज हॉस्पिटल सी। पहले एक अस्पताल सी, फिर दूजा बनया, फिर तीजा बनया, फिर मैडिसन की पूरे नॉर्थ इंडिया की सारे नालों वड्डी शॉप जिहड़ी है वो साडी सैक्टर 32 ਦੇ 13 ਮੈਡੀਕਲਸ ਦੇ ਤੇ ਉਹ ਚੈਲੰਜ ਦੇ ਨਾਲ ਹੈ ਜੀ। ਉਹਦੇ ਵਿੱਚ पूरे नॉर्थ इंडिया सारे नाल सस्ती दवाई जिहड़ी असीं उत्थे सेल करते हैं। 700 बंदा रोज़ दवाई लैंदा उत्थे। जिहड़ी ऑपरेशनस हुंदे फिर वो किद्दां एग्जीक्यूट हुंदे? ये जदों फिर साडा ना एक 13 जनवरी ਨੂੰ 2021 ਚ ਅਸੀਂ ਹਸਪਤਾਲ ਬਣਾਇਆ, ਜਿਹੜਾ 25 ਬੈਡਡ ਐਡਵਾਂਸ ਹਸਪੀਟਲ है, 2 ऑपरेशन थिएटर ने, 8 ਬੈਡਡ ਦਾ ICU है, प्राइवेट रूम्स ने, वार्ड्स ने। ਇਹਦੇ ਵਿੱਚ ਤੇ ਅਸੀਂ ਸਟਾਰਟ ਦੇ ਵਿੱਚ ਇਹ ਰੱਖਿਆ ਸੀ ਵੀ ਜਿਵੇਂ ਜਿਹੜੀਆਂ ਸਰਜਰੀਆਂ 45 ਤੋਂ 50 ਹਜ਼ਾਰ ਰੁਪਏ ਮਾਰਕੀਟ 'ਚ ਲੈਂਦੇ ਆ, ਜਿਹੜਾ ਕਿ ਗਾਲ ਬਲੈਡਰ ਸਟੋਨ ਹੋ ਗਿਆ, ਕਿਡਨੀ ਸਟੋਨ ਹੋ ਗਿਆ, ਇਹ ਜਿਹੜੀਆਂ ਮੇਨ ਸਰਜਰੀਆਂ ਨੇ, ਅਸੀਂ ਇਹਦੀ ਕੋਸਟਿੰਗ ਇੱਥੇ 13,000 ਰੁਪਏ ਰੱਖੀ। ਜਿਹੜੇ ਪੇਸ਼ੈਂਟ ਅਫੋਰਡ ਨਹੀਂ ਕਰ ਸਕਦੇ ਬਿਲਕੁਲ ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਆਪਰੇਸ਼ਨ ਕਰ ਦਈਦਾ ਉਹਨਾਂ ਦਾ। ਅਸੀਂ ਉਹਨਾਂ ਦੀ ਬਿਮਾਰੀ ਦੇਖੀ ਦੀ ਹੈ, ਅਸੀਂ ਉਹਨਾਂ ਦੀ ਜੇਬ ਨਹੀਂ ਦੇਖਦੇ। ਜਿਵੇਂ ਆਪ ਜੀ ਨੇ ਦੇਖਿਆ ਨਾ, ਸਾਡੇ ਆਫਿਸ 'ਚ ਗੁਰੂ ਨਾਨਕ ਸਾਹਿਬ ਦੀ ਫੋਟੋ ਲੱਗੀ, ਅਸੀਂ ਸਿਰਫ ਉਹਨੂੰ ਇੰਨੀ ਗੱਲ ਕਹਿੰਦੇ ਵੀ ਇੱਧਰ ਦੇਖ ਕੇ ਬੋਲ ਵੀ ਮੇਰੇ ਕੋਲ ਨਹੀਂ ਨੇ। ਜੇ ਕਹਿੰਦਾ ਨਹੀਂ ਨੇ ਤਾਂ ਅਸੀਂ ਉਹਨੂੰ ਕਹਿੰਦੇ ਚੱਲ ਫ੍ਰੀ ਕਰਾ ਲੈ, ਅਸੀਂ ਲੈ ਲਾਂਗੇ ਗੁਰੂ ਨਾਨਕ ਸਾਹਿਬ ਕੋਲ ਪੈਸੇ। ਉਹ ਸਾਨੂੰ ਗੁਰੂ ਸਾਹਿਬ ਦਿੰਦੇ ਆ। ਸਿਰਫ ਦੁੱਖ ਮਨ ਇਸ ਕਰਕੇ ਦੁਖਦਾ, ਜਿਹੜੇ ਚੰਗੇ ਭਲੇ ਬੰਦੇ ਨੇ ਉਹ ਕਈ ਵਾਰੀ ਆ ਜਾਂਦੇ ਮਿਸਯੂਜ਼ ਕਰਨ, ਝੂਠ ਬੋਲਦੇ, ਬਸ ਉਹ ਹੋਗਾ। ਇੱਥੇ ਅਗਰ ਮੈਂ ਬਿਜ਼ਨਸ ਦੀ ਗੱਲ ਕਰਾਂ ਤਾਂ ਮੈਂ ਇਹ ਚੀਜ਼ ਸੁਣੀ ਹੈ ਕਿ ਪ੍ਰਾਈਵੇਟ ਜਿਹੜੇ ਕੈਮਿਸਟ ਵਾਲੇ ਉਹ ਕਹਿੰਦੇ ਆ ਕਿ ਇਹ 13 ਵਾਲਿਆਂ ਨੇ ਸਾਡਾ ਕੰਮ ਖਰਾਬ ਕਰ ਰੱਖਿਆ। ਚੰਡੀਗੜ੍ਹ ਦੇ ਵਿੱਚ 200 ਕਰੋੜ ਦਾ ਬਿਜ਼ਨਸ ਹੈ ਦਵਾਈਆਂ ਦਾ, ਸਾਡੀ ਤਾਂ ਉੱਤੇ 1 ਕਰੋੜ ਦੀ ਸੇਲ ਹੈ, ਬਾਕੀ 199 ਕਰੋੜ ਤਾਂ ਹੀ ਲੈ ਰਹੇ। ਪਰ ਕਈ ਤਾਂ ਮੈਂ ਕੋਈ ਜਾਂਦੇ ਆ ਉਹਨਾਂ ਨੂੰ ਤਾਂ ਤੁਸੀਂ ਤਾਂ ਕੁਝ ਹੋਰ ਬੋਲਿਓ, ਕਈ ਤਾਂ ਇਹ ਬੋਲ ਦਿੰਦੇ ਉਹ ਡੁਪਲੀਕੇਟ ਦਵਾਈਆਂ ਵੇਚਦੇ। ਇਹਨਾਂ ਨੇ ਕੀ ਕੀਤਾ, ਸੇਮ ਦਵਾਈ 2 ਨਾਮ ਤੇ ਕੱਢਦੀ ਹੈ, ਸਿਰਫ ਨਾਮ ਚੇਂਜ ਕਰਤਾ। ਇੱਕ ਨੂੰ ਡਾਇਰੈਕਟ ਮਾਰਕੀਟ ਹੀ ਸਿੱਟ ਦਿੰਦੇ ਆ ਬਿਨਾਂ ਸੇਲਸ ਵਾਲੇ ਦੇ ਥਰੂ, ਤੇ ਇੱਕ ਡਾਕਟਰਾਂ ਥਰੂ ਆ ਜਾਂਦੀ ਹੈ। ਹੁਣ ਉਹਨਾਂ ਦੀ ਦਵਾਈ 100 ਰੁਪਏ ਦੀ ਮਿਲਦੀ ਪਈ ਹੈ, ਇੱਕ 15 ਰੁਪਏ ਦੀ ਮਿਲਦੀ ਪਈ, ਦਵਾਈ ਸੇਮ ਹੈ। ਵਿਦਿਨ 3 ਮੰਥਸ ਅਸੀਂ ਚੰਡੀਗੜ੍ਹ 'ਚ 50 ਬੈਡਡ ਦਾ ਐਡਵਾਂਸ ਹਸਪੀਟਲ ਅਸੀਂ ਲਿਆ ਰਹੇ ਹਾਂ, ਪਰ ਗੁਰੂ ਸਾਹਿਬ ਦੀ ਕਿਰਪਾ ਰਹੀ ਤੇ 13 ਅਪ੍ਰੈਲ ਨੂੰ ਅਸੀਂ ਓਪਨਿੰਗ ਕਰਦਾ। ਬਹੁਤ ਜਲਦੀ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਇੱਕ ਸਾਡੀ ਫੀਲਡ ਰਹਿ ਗਈ ਹੈ ਹਾਰਟ ਦੀ ਹੈ, ਜਿਹਦੇ 'ਚ ਬਹੁਤ ਐਕਸਪਲੋਇਟੇਸ਼ਨਸ ਹੈਗੀਆਂ, ਜਿਹਦੇ ਸਟੰਟ ਪੈਣੇ ਸਰਜਰੀ, ਅਤੇ ਮੈਨੂੰ ਲੱਗਦਾ ਹੈ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਇਸ ਸਾਲ, ਨਵੇਂ ਸਾਲ ਦੇ ਵਿੱਚ ਆਪਾਂ ਉਹ ਕਰਦੇ। ਰੋਡ ਦਾ ਸਾਡਾ ਹੈਗਾ ਉਹ ਪਹਿਲੀ ਦੁਨੀਆ ਜਗ੍ਹਾ ਹੋਏਗੀ ਜਿਹੜਾ ਗਰੀਬ ਬੰਦੇ ਦਾ ਹਾਰਟ ਦਾ ਸਟੰਟ ਫ੍ਰੀ ਪਏਗਾ। ਤੇ ਹੁਣ ਜਿੱਦਾਂ ਕੋਵਿਡ ਆ ਰਿਹਾ ਤਾਂ ਹੁਣ ਹੋਰ ਕੀ ਤੁਹਾਡਾ ਲੋਕਾਂ ਦੇ ਲਈ ਹੋਰ ਕੀ ਮੋਟਿਵ ਹੋਏਗਾ? ਮੈਂ ਕਹਿੰਦਾ ਅਰਦਾਸ ਕਰਦੇ ਹਾਂ ਵੀ ਇਹ ਵਜ੍ਹਾ ਸਮਾਂ ਨਾ ਹੋਵੇ। अगर कुछ 6 ਵਜੇ ਸਮਾਂ ਬਣੇਗਾ ਤਾਂ ਅਸੀਂ ਸਾਰੇ ਹਸਪਤਾਲ ਟੋਟਲ ਵੈਂਟੀਲੇਟਰ ਟੋਟਲ ਫ੍ਰੀ ਕਰ ਦਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਜਸਵੀਰ ਕੌਰ। ਸੋ ਅੱਜ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਵਿੱਚ, ਜਿੱਥੇ ਸਾਡੇ ਨਾਲ 13 ਹਸਪੀਟਲ ਦੇ ਜੋ ਸ਼ੁਰੂਆਤ ਕੀਤੀ ਹੈ ਉਹਨਾਂ ਦੇ ਓਨਰ ਤੇ ਇਸ ਪੂਰੇ ਜਿਹੜੇ ਟਰਸਟੀ ਹੈ ਉਹ ਵੀ ਮੌਜੂਦ ਹੈ, ਸਬਰਵਾਲ ਜੀ ਤੇ ਯਸ਼ਵੰਤ ਰਾਏ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਜੀ। ਫਸਟ ਆਫ ਆਲ ਸਰ, ਜਿਹੜਾ ਇਹ 13 ਜੋ ਇਹ ਮੋਟਿਵ ਹੈ, ਜੋ ਇਹ ਚੇਂਜ ਸ਼ੁਰੂ ਕੀਤੀ ਗਈ ਹੈ, ਇਹ ਕਿੱਥੋਂ ਆਈਡੀਆ ਆਇਆ ਤੁਹਾਨੂੰ? ਇਹ ਨਾ ਜਦ ਕੋਵਿਡ ਦੀ ਸੈਕਿੰਡ ਵੇਵ ਸਟਾਰਟ ਹੋਈ, ਜਦ ਸਾਰਿਆਂ ਪਾਸੇ ਹੀ ਆਕਸੀਜਨ ਜਿਹੜਾ ਹੈ ਉਹ ਖਤਮ ਹੋ ਗਈ, ਹਸਪੀਟਲ ਦੇ ਵਿੱਚ ਬੈਡਸ ਜਿਹੜੇ ਸੀ ਉਹ ਨਹੀਂ ਮਿਲਦੇ ਸੀ, ਵੈਂਟੀਲੇਟਰ ਨਹੀਂ ਮਿਲਦੇ ਸੀ, ਉਸ ਟਾਈਮ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜਾ ਹੈ ਇਹ ਦਾਤ ਜਿਹੜੀ ਹੈ ਇਹ ਬਖਸ਼ਿਸ਼ ਸਾਨੂੰ ਦਿੱਤੀ ਕਿ ਅੱਜ ਸਮਾਂ ਹੈਗਾ ਕਿ ਅਸੀਂ ਆਪਣੇ ਆਪ ਤੋਂ ਉੱਤੇ ਉੱਠ ਕੇ ਇੱਕ ਇਹੋ ਜਿਹਾ ਇੱਕ ਸੰਸਥਾ ਦੀ ਲੋੜ ਹੈ ਜਿਹੜਾ ਕਿ ਲੋਕਾਂ ਦੇ ਡੋਨੇਸ਼ਨਸ ਔਰ ਲੋਕਾਂ ਦੇ ਦਸਵੰਧ ਨੂੰ ਇੱਕ ਰਾਈਟ ਡਾਇਰੈਕਸ਼ਨ 'ਤੇ ਲਿਜਾ ਕੇ 13 ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲੋਸਫੀ ਸੀ ਵੰਡਣ ਦੀ, ਉਹਦੇ ਵਿੱਚ ਜਿਹੜਾ ਹੈ ਸਾਨੂੰ ਉਹਨਾਂ ਨੇ ਬਖਸ਼ਿਸ਼ ਕੀਤੀ। ਅਤੇ ਸਭ ਤੋਂ ਪਹਿਲੇ ਜਿਹੜਾ ਅਸੀਂ 26 ਅਪ੍ਰੈਲ ਨੂੰ 13 ਮਿਸ਼ਨ ਦਾ ਕੋਵਿਡ ਹਸਪੀਟਲ 36 ਘੰਟੇ ਦੀ 50 ਬੈਡਡ ਹਸਪੀਟਲ ਅਸੀਂ ਚੰਡੀਗੜ੍ਹ ਵਿੱਚ ਬਣਾਇਆ, ਜਿਹਦੇ 3 ਮਹੀਨੇ 'ਚ 284 ਦੇ ਕਰੀਬ ਪੇਸ਼ੈਂਟ ਜਿਹੜੇ ਸਾਡੇ ਕੋਲ ਠੀਕ ਹੋਏ ਔਰ ਫੁੱਲ ਫਲੈਜ ਹਸਪੀਟਲ ਸੀ। ਉਸ ਤੋਂ ਬਾਅਦ ਇੰਨੀਆਂ ਲੋਕਾਂ ਦੀਆਂ ਬਲੈਸਿੰਗਸ ਅਤੇ ਲੋਕਾਂ ਦੀ ਸਪੋਰਟ ਸਾਨੂੰ ਮਿਲਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਇਹ ਚੇਨ ਸ਼ੁਰੂ ਹੋ ਗਈ। ਫਿਰ ਇਹਦਾ ਪਹਿਲਾ ਹਸਪੀਟਲ ਮਲਟੀ ਸਪੈਸ਼ਲਿਟੀ ਅਸੀਂ ਸੈਕਟਰ 45 ਦੇ ਵਿੱਚ ਬਣਾਇਆ ਨੇ। ਕੋਈ ਪਰਚੀ ਦਾ ਪੈਸਾ ਨਹੀਂ ਹੈ, ਕੋਈ ਚੈੱਕਅਪ ਦਾ ਪੈਸਾ ਨਹੀਂ ਹੈ, ਅਤੇ ਉੱਥੇ ਜਿਹੜੀ ਮੈਡੀਸਨ ਵੀ ਮਿਲਦੀ ਹੈ ਜੋ ਸਾਡੇ ਡਾਕਟਰ ਲਿਖਦੇ ਨੇ 13 ਰੁਪਏ ਪਰ ਡੇ ਦੇ ਹਿਸਾਬ ਨਾਲ ਮੈਡੀਸਨ ਮਿਲਦੀ ਹੈ। ਅਗਰ 1 ਮਹੀਨੇ ਦੀ ਦਵਾਈ ਕਿਸੇ ਨੇ ਲੈਣੀ ਹੈ ਤਾਂ 390 ਰੁਪਏ ਦੀ ਮਿਲੇਗੀ।
ਉੱਥੇ ਅਲਟਰਾਸਾਊਂਡ 113 ਰੁਪਏ ਦਾ ਹੁੰਦਾ ਹੈ, MRI 1313 ਰੁਪਈਏ 'ਚ ਹੁੰਦੀ ਹੈ। ਅਤੇ ਉਹ ਸਾਰੀਆਂ ਗੁਰੂ ਨਾਨਕ ਸਾਹਿਬ ਦੀਆਂ ਜਿਹੜੀ ਦਾਸ ਸੀ ਉਹਦੇ ਹਿਸਾਬ ਨਾਲ ਇਹ ਕੰਸੈਪਟ ਸ਼ੁਰੂ ਹੋਇਆ। 6 ਮਹੀਨੇ ਬਾਅਦ ਫਿਰ ਇਹ ਜਿਹੜਾ ਪ੍ਰੋਸੈਸ ਅੱਗੇ ਸ਼ੁਰੂ ਹੋਇਆ। ਇਹਦੇ ਵਿੱਚ ਇੱਕ ਦਿਨ ਦੀ ਮੈਡੀਸਨ ਹੈ, ਪਰ ਜਿੱਥੇ ਬਾਕੀ ਸਾਰੇ ਅਗਰ ਆਪਾਂ ਹੋਮੋਪੈਥੀ ਕੋਈ ਵੀ ਅੱਜ ਕੱਲ੍ਹ ਸਾਰਿਆਂ ਦੀ ਬੋਡੀਜ਼ ਦੀ ਗੱਲ ਕਰੀਏ ਨਾ, ਸਾਰੇ ਦਵਾਈਆਂ ਦੇ ਸਿਰ ਤੇ ਚੱਲ ਰਹੇ ਆ। ਕਿਸੇ ਨੂੰ ਸ਼ੂਗਰ ਇਜ਼ ਵੈਰੀ ਕਾਮਨ ਹੋ ਗਈ ਹੈ, BP ਕੋਲੇਸਟ੍ਰੋਲ ਬੜੀ ਪ੍ਰੋਬਲਮਸ ਹੋ ਗਈਆਂ, ਅਤੇ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ। ਇਹ 13 ਰੁਪਏ ਦੇ ਵਿੱਚ ਤੁਹਾਨੂੰ ਕਦੇ ਇੱਦਾਂ ਲੱਗਦਾ ਸੇਵਾ ਤਾਂ ਤੁਸੀਂ ਕਰ ਰਹੇ ਹੋ, ਬਟ ਕਦੇ ਇੱਕ ਮਨ 'ਚ ਇਹ ਨਹੀਂ ਆਇਆ ਕਿ 13 ਰੁਪਏ ਦੇ ਵਿੱਚ ਜੋ ਤੁਸੀਂ ਆਪਦੇ ਲਈ ਕਰ ਰਹੇ ਹੋ, ਤੁਹਾਨੂੰ ਆਪ ਸ਼ਾਂਤੀ ਮਿਲਦੀ ਹੈ, ਲੋਕਾਂ ਨੂੰ ਇੱਦਾਂ ਦੇਖ ਕੇ ਉਹ ਚੀਜ਼ ਹੁੰਦੀ ਹੈ? ਦੇਖੋ ਜੀ, ਜਿਸ ਦਿਨ ਦਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਾਇਆ, ਇਤਨੀਆਂ ਜ਼ਿਆਦਾ ਬਲੈਸਿੰਗਸ ਨੇ ਸਾਨੂੰ ਸੰਗਤ ਦਿੰਦੀ ਹੈ, ਕਿਉਂਕਿ ਅਫੋਰਡੇਬਿਲਟੀ ਬਹੁਤ ਘੱਟ ਹੈ ਲੋਕਾਂ ਦੀ। ਉਹਦੇ 'ਚ ਵੀ ਜਿਹੜੇ ਸਾਡੇ ਹਸਪਤਾਲ ਨੇ ਉਹਦੇ 'ਚ ਵੀ ਇੱਕ ਚੀਜ਼ ਅਸੀਂ ਰੱਖੀ ਹੋਈ ਹੈ ਵੀ ਜਿਹੜਾ ਬੰਦਾ 13 ਰੁਪਇਆ ਵੀ ਨਹੀਂ ਦੇ ਸਕਦਾ ਨਾ, ਉਹਨੂੰ ਅਸੀਂ ਫ੍ਰੀ ਆਫ ਕੋਸਟ ਦਿੰਦੇ ਹਾਂ। ਅਤੇ ਰੋਜ਼ 50 ਤੋਂ ਉੱਤੇ ਪੇਸ਼ੈਂਟ ਸਾਡੇ ਉੱਤੇ ਫ੍ਰੀ ਜਿਹੜੀਆਂ ਦਵਾਈਆਂ ਵੀ ਲੈ ਕੇ ਜਾਂਦੇ ਨੇ, ਫ੍ਰੀ ਸਕੈਨ ਵੀ ਸਾਡੇ ਉੱਤੇ ਜਿਹੜੇ ਕਰਾ ਕੇ ਜਾਂਦੇ ਨੇ। ਅਤੇ ਉਹ ਸਾਡਾ ਇੱਕ ਇਹੋ ਜਿਹੀ ਮੂਵਮੈਂਟ ਇੱਕ ਬਣ ਗਈ ਹੈ ਚੰਡੀਗੜ੍ਹ ਦੇ ਵਿੱਚ। ਪਹਿਲੇ ਇੱਕ ਹਸਪਤਾਲ ਸੀ, ਫਿਰ ਦੂਜਾ ਬਣਿਆ, ਫਿਰ ਤੀਜਾ ਬਣਿਆ, ਫਿਰ ਮੈਡੀਸਨ ਦੀ ਪੂਰੇ ਨਾਰਥ ਇੰਡੀਆ ਦੀ ਸਾਰਿਆਂ ਨਾਲੋਂ ਵੱਡੀ ਸ਼ਾਪ ਜਿਹੜੀ ਹੈ ਉਹ ਸਾਡੀ ਸੈਕਟਰ 32 ਦੇ 13 ਮੈਡੀਕੋਜ਼ ਹੈ। ਅਤੇ ਉਹ ਚੈਲੰਜ ਦੇ ਨਾਲ ਹੈ ਜੀ, ਉਹਦੇ ਵਿੱਚ ਪੂਰੇ ਨਾਰਥ ਇੰਡੀਆ ਸਾਰਿਆਂ ਨਾਲੋਂ ਸਸਤੀ ਦਵਾਈ ਜਿਹੜੀ ਅਸੀਂ ਉੱਥੇ ਸੇਲ ਕਰਦੇ ਹਾਂ। 700 ਬੰਦਾ ਰੋਜ਼ ਦਵਾਈ ਲੈਂਦਾ ਉੱਥੇ। ਅਤੇ ਉਹ ਇੱਕ ਬਸ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਅਤੇ ਲੋਕਾਂ ਦੀਆਂ ਅਸੀਸਾਂ ਇੰਨੀਆਂ ਨੇ, ਔਰ ਲੋਕਾਂ ਨੂੰ ਹੁਣ ਵਿਸ਼ਵਾਸ ਹੋ ਗਿਆ ਅਗਰ ਅਸੀਂ ਇਹਨਾਂ ਨੂੰ ਆਪਣੀ ਡੋਨੇਸ਼ਨ ਦਿੰਦੇ ਹਾਂ ਅਤੇ ਰਾਈਟ ਡਾਇਰੈਕਸ਼ਨ ਵਿੱਚ, ਅਤੇ ਬਿਲਕੁਲ ਜਿਹੜਾ ਉਹਨੂੰ ਪ੍ਰੂਵ ਕਰਦੇ ਨੇ ਵੀ ਤੁਹਾਡਾ ਪੈਸਾ ਲੱਗਿਆ ਕਿਤੇ। ਤਾਂ ਅਗਰ ਮੈਂ ਆਪਰੇਸ਼ਨਸ ਦੀ ਗੱਲ ਕਰਾਂ ਤਾਂ ਆਪਰੇਸ਼ਨਸ ਦੇ ਫਿਰ ਕੀ ਕਾਸਟਿੰਗ ਵਗੈਰਾ ਹੁੰਦੀ? ਜਿਵੇਂ ਦਵਾਈਆਂ ਹੋ ਗਈਆਂ, ਤੁਸੀਂ ਕਹਿ ਰਹੇ ਹੋ ਪਰਚੀ ਦੇ ਤੱਕ ਨਹੀਂ ਪੈਸੇ ਲੈਂਦੇ ਹੋ, ਤਾਂ ਜਿਹੜੇ ਆਪਰੇਸ਼ਨਸ ਹੁੰਦੇ ਫਿਰ ਉਹ ਕਿੱਦਾਂ ਐਗਜ਼ੀਕਿਊਟ ਹੁੰਦੇ? ਇਹ ਜਦੋਂ ਫਿਰ ਸਾਡਾ ਨਾ ਇਹ 13 ਜਨਵਰੀ ਨੂੰ 2021 'ਚ ਅਸੀਂ ਹਸਪਤਾਲ ਬਣਾਇਆ, ਜਿਹੜਾ 25 ਬੈੱਡਡ ਐਡਵਾਂਸ ਹਸਪੀਟਲ ਹੈ, 2 ਆਪਰੇਸ਼ਨ ਥੀਏਟਰ ਨੇ, 8 ਬੈੱਡਡ ਦਾ ICU ਹੈ, ਪ੍ਰਾਈਵੇਟ ਰੂਮਸ ਨੇ, ਵਾਰਡਸ ਨੇ ਇਹਦੇ ਵਿੱਚ। ਅਤੇ ਅਸੀਂ ਸਟਾਰਟ ਦੇ ਵਿੱਚ ਇਹ ਰੱਖਿਆ ਸੀ ਵੀ ਜਿਵੇਂ ਜਿਹੜੀਆਂ ਸਰਜਰੀਆਂ 45 ਤੋਂ 50 ਹਜ਼ਾਰ ਰੁਪਏ ਮਾਰਕੀਟ 'ਚ ਲੈਂਦੇ ਆ, ਜਿਹੜਾ ਕਿ ਗਾਲ ਬਲੈਡਰ ਸਟੋਨ ਹੋ ਗਿਆ, ਕਿਡਨੀ ਸਟੋਨ ਹੋ ਗਿਆ, ਯੂਟਰਸ ਰਿਮੂਵਲ ਹੋ ਗਿਆ, ਪ੍ਰੋਸਟੇਟ ਹਰਨੀਆ, ਇਹ ਜਿਹੜੀਆਂ ਮੇਨ ਸਰਜਰੀਆਂ ਨੇ, ਅਸੀਂ ਇਹਦੀ ਕਾਸਟਿੰਗ ਇੱਥੇ 13,000 ਰੁਪਏ ਰੱਖੀ। 13,000 ਰੁਪਏ ਪਲੱਸ 2,200 ਰੁਪਏ ਮੈਡੀਸਨ ਦੇ, ਮਤਲਬ ਟੋਟਲ ਸਾਰਾ ਕੁਝ ਕਰਾ ਕੇ ਤੇ 15,000 ਰੁਪਏ 'ਚ ਇੱਥੇ ਸਰਜਰੀ ਹੋ ਜਾਂਦੀ। ਔਰ ਤੁਸੀਂ ਸਾਡਾ ਇਨਫਰਾਸਟਰਕਚਰ ਔਰ ਇਕਵਿਪਮੈਂਟ ਦੀ ਕੁਆਲਿਟੀ ਤੁਸੀਂ ਦੇਖ ਹੀ ਲਈ ਹੋਣੀ। ਉੱਥੇ ਪੇਸ਼ੈਂਟਸ ਵੀ ਨੇ, ਇੱਥੇ ਸਟਾਫ ਜਿਹੜਾ ਉਹ ਡਾਕਟਰਸ ਜਿਹੜੇ ਨੇ ਉਹ ਟਰਾਈ ਸਿਟੀ ਦੇ ਰਿਨੋਡ ਡਾਕਟਰਸ ਜਿਹੜੇ ਨੇ ਉਹ ਆਪਣੀਆਂ ਸਰਵਿਸਿਜ਼ ਦਿੰਦੇ ਨੇ ਇੱਥੇ ਸਾਰੇ ਕੋਲ। ਅਤੇ ਮੈਕਸੀਮਮ ਸਰਜਰੀਆਂ 80% ਸਰਜਰੀਆਂ ਸਾਡੀਆਂ ਜਿਹੜੀਆਂ ਨੇ ਬੇਸਿਕ ਪ੍ਰਾਈਸ 13,000 ਰੁਪਏ, ਕਿਸੇ ਦੇ 2-3 ਹਜ਼ਾਰ ਫਾਲਤੂ ਲੱਗ ਜਾਂਦੇ, ਪਰ 20,000 ਤੋਂ ਥੱਲੇ ਦੇ ਵਿੱਚ ਆਪਰੇਸ਼ਨ ਸਾਰੇ ਇੱਥੇ ਅਸੀਂ ਕਰ ਦਿੰਦੇ ਹਾਂ। ਯਸ਼ਵੰਤ, ਤੁਹਾਡੇ ਤੋਂ ਸਵਾਲ ਹੈ, ਜਦੋਂ ਤੁਸੀਂ ਇਹ ਵਾਲਾ ਬ੍ਰਾਂਚ ਤੁਸੀਂ ਹੈਂਡਲ ਕਰਦੇ ਹੋ, ਜਿਵੇਂ ਸਰ ਨੇ ਕਿਹਾ ਕਿ ਕੋਈ ਆਪਰੇਸ਼ਨ ਹੁੰਦਾ ਤਾਂ 13,000 ਦੇ ਵਿੱਚ ਹੁੰਦਾ, ਮਤਲਬ ਵੱਧ ਤੋਂ ਵੱਧ ਮੈਕਸ 20,000। ਸੋਚੋ ਅਗਰ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਜ਼ਰੂਰਤਮੰਦ ਬਹੁਤ ਜ਼ਿਆਦਾ, ਅਤੇ ਅਗਰ ਉਹ ਅਫੋਰਡ ਨਹੀਂ ਕਰ ਸਕਦਾ, ਫਿਰ ਤੁਸੀਂ ਕਿੱਦਾਂ ਮਤਲਬ ਕਰਦੇ ਹੋ? ਪੇਸ਼ੈਂਟ ਨੂੰ ਦੇਖਦੇ ਸਾਰੀ ਪਤਾ ਲੱਗ ਜਾਂਦਾ ਕਿ ਉਹਦੇ ਕੋਲ ਅਫੋਰਡੇਬਿਲਟੀ ਹੈ ਜਾਂ ਨਹੀਂ ਹੈ। ਜਿਹੜੇ ਪੇਸ਼ੈਂਟ ਅਫੋਰਡ ਨਹੀਂ ਕਰ ਸਕਦੇ, ਬਿਲਕੁਲ ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਆਪਰੇਸ਼ਨ ਕਰ ਦੇਈਦਾ ਉਹਨਾਂ ਦਾ। ਅਸੀਂ ਉਹਨਾਂ ਦੀ ਬਿਮਾਰੀ ਦੇਖੀ ਦੀ ਹੈ, ਅਸੀਂ ਉਹਨਾਂ ਦੀ ਜੇਬ ਨਹੀਂ ਦੇਖਦੇ, ਔਰ ਇਹ ਕੋਸ਼ਿਸ਼ ਕਰੀਦੀ ਹੈ ਕਿ ਜਿੰਨੀ ਸੇਵਾ ਹੋ ਜਾਏ ਉਹ ਸੇਵਾ ਕਰ ਦਿੱਤੀ ਜਾਵੇ। ਇਹ ਜਿਹੜਾ ਪ੍ਰੋਪਰ ਹੈ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜੇਬ ਨਹੀਂ ਦੇਖਦੇ, ਬਿਮਾਰੀ ਦੇਖਦੇ ਹਾਂ, ਕਿ ਇਹ ਸਿਰਫ ਗਰੀਬਾਂ ਦੇ ਲਈ ਹੈ 13 ਹਸਪੀਟਲ, ਜਾਂ ਫਿਰ ਜਿਹੜੇ ਮਤਲਬ ਮਿਡਲ ਕਲਾਸ ਘਰ ਹੈ, ਪੂਰੇ ਹਾਈ-ਫਾਈ ਵਗੈਰਾ ਵੀ ਹੈ, ਜਿੱਦਾਂ ਆਪਾਂ ਅਗਰ ਪੈਸਿਆਂ ਦੀ ਗੱਲ ਕਰੀਏ, ਉਹਦੀ ਗੱਲ ਕਰੀਏ, ਤਾਂ ਉਹਨਾਂ ਲਈ ਵੀ ਹੈ? ਸਤਿਗੁਰਾਂ ਦੇ ਚਲਾਏ ਹੋਏ ਲੰਗਰ ਦੀ ਗੱਲ ਕਰੀਏ ਤੇ ਲੰਗਰ ਵਿੱਚ ਕੋਈ ਗਰੀਬ, ਕੋਈ ਅਮੀਰ, ਕਿਸੇ ਤਰ੍ਹਾਂ ਦਾ ਵੀ ਅਗਰ ਕੋਈ ਇਨਸਾਨ ਆ ਜਾਂਦਾ ਔਰ ਉਹ ਲੰਗਰ ਦੀ ਡਿਮਾਂਡ ਕਰਦਾ, ਤਾਂ ਸ਼ਾਇਦ ਅਸੀਂ ਉਸ ਨੂੰ ਇੱਕ ਬਰਾਬਰ ਗਿਣਦੇ ਹਾਂ। ਅਸੀਂ ਕਿਸੇ ਦੇ ਨਾਲ ਕੋਈ ਇੱਦਾਂ ਦਾ ਵਿਤਕਰਾ ਨਹੀਂ ਕਰਦੇ ਵੀ ਇਹ ਅਮੀਰ ਹੈ, ਇਸ ਤੋਂ ਪੈਸੇ ਲੈਣੇ ਹੀ ਹੈ। ਅਗਰ ਉਹ ਵੀ ਆ ਕੇ ਕਹਿ ਦਿੰਦਾ ਕਿ ਮੈਂ ਤਾਂ ਲੰਗਰ 'ਚ ਹੀ ਸੇਵਾ ਲੈਣੀ ਹੈ, ਤਾਂ ਲੰਗਰ ਦੀ ਸੇਵਾ ਕਰ ਦਿੰਦੀ ਹੈ। ਅਸੀਂ ਇੱਥੇ ਨਾ ਜੀ ਇੱਕ ਚੀਜ਼ ਜਿਹੜੀ ਹੈ, ਸਾਡਾ ਪ੍ਰਿੰਸੀਪਲ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜਾ ਦਿੱਤਾ ਹੋਇਆ ਵੀ ਜਿਹੜਾ ਪੇਸ਼ੈਂਟ ਆ ਕੇ ਸਾਨੂੰ ਕਹਿੰਦਾ ਨਾ ਮੈਂ ਪੈਸੇ ਨਹੀਂ ਦੇ ਸਕਦਾ, ਅਤੇ ਜਿਵੇਂ ਆਪ ਜੀ ਨੇ ਦੇਖਿਆ ਨਾ ਸਾਡੇ ਆਫਿਸ 'ਚ ਗੁਰੂ ਨਾਨਕ ਸਾਹਿਬ ਦੀ ਫੋਟੋ ਲੱਗੀ, ਅਸੀਂ ਸਿਰਫ ਉਹਨੂੰ ਇੰਨੀ ਗੱਲ ਕਹਿੰਦੇ ਵੀ ਇੱਧਰ ਦੇਖ ਕੇ ਬੋਲ ਵੀ ਮੇਰੇ ਕੋਲ ਨਹੀਂ ਨੇ। ਜੇ ਕਹਿੰਦਾ ਨਹੀਂ ਨੇ ਤਾਂ ਅਸੀਂ ਉਹਨੂੰ ਕਹਿੰਦੇ ਚੱਲ ਫ੍ਰੀ ਕਰਾ ਲੈ, ਅਸੀਂ ਲੈ ਲਾਂਗੇ ਗੁਰੂ ਨਾਨਕ ਸਾਹਿਬ ਕੋਲ ਪੈਸੇ। ਉਹ ਸਾਨੂੰ ਗੁਰੂ ਸਾਹਿਬ ਦਿੰਦੇ ਆ ਉਹਨਾਂ ਨੂੰ ਪੈਸੇ। ਅਤੇ ਹੁਣ ਵੀ ਤੁਸੀਂ ਦੇਖੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧੀ ਤਕਰੀਬਨ 113 ਆਪਰੇਸ਼ਨ ਅਸੀਂ 10 ਦਿਨ ਦੇ ਵਿੱਚ ਫ੍ਰੀ ਆਫ ਕਾਸਟ ਅਸੀਂ ਇੱਥੇ ਕਰ ਰਹੇ ਹਾਂ। ਤੁਸੀਂ ਹੁਣ ਵੀ ਦੇਖੋਗੇ ਜਿਹੜੇ 8-10 ਪੇਸ਼ੈਂਟ ਨੇ ਉਹਨਾਂ 'ਚੋਂ 7-8 ਦਾ ਜਿਹੜਾ ਆਪਰੇਸ਼ਨ ਟੋਟਲ ਫ੍ਰੀ ਆਫ ਕਾਸਟ। ਅਸੀਂ ਉਹਨਾਂ ਨੂੰ ਲੋਕਾਂ ਨੂੰ ਸਿਰਫ ਇੱਕ ਗੱਲ ਕਹਿੰਦੇ ਵੀ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਨਾ,
ਤੇ ਫਿਰ ਤੁਸੀਂ ਪੈਸੇ ਜ਼ਰੂਰ ਖਰਚਿਆ ਕਰੋ, ਕਿਉਂਕਿ ਜੇ ਫ੍ਰੀ ਅਸੀਂ ਕਰਦੇ ਹਾਂ, ਸਾਡੀ ਡਿਊਟੀ ਲੱਗੀ, ਅਸੀਂ ਕਰਾਂਗੇ। ਤੁਸੀਂ ਜੇ ਝੂਠ ਵੀ ਕੋਈ ਬੋਲ ਜਾਏਗਾ ਤਾਂ ਅਸੀਂ ਕਰਾਂਗੇ, ਪਰ ਉਹ ਇਹ ਦੇਖੋ ਵੀ ਤੁਹਾਡੇ ਪਰਿਵਾਰ ਨੂੰ ਲੋਕਾਂ ਦੀ ਡੋਨੇਸ਼ਨਸ ਚਾਹੀਦੀ ਹੈ, ਕਿਉਂਕਿ ਲੋਕ ਇੱਕ ਸੋਚ ਦੇ ਨਾਲ, ਇੱਕ ਸੱਚ ਦੇ ਨਾਲ ਜੁੜ ਕੇ ਆਪਣਾ ਦਾਨ ਦਿੰਦੇ ਆ। ਕੀ ਤੁਸੀਂ ਲੋਕਾਂ ਦੇ ਦਾਨ ਤੋਂ ਆਪਣਾ ਆਪਰੇਸ਼ਨ ਕਰਾਉਣਾ ਚਾਹੋਗੇ? ਨਾਲ ਇੱਕ ਚੀਜ਼ ਹੈ, ਜਿਹੜਾ 50,000 60,000 ਰੁਪਏ ਮਾਰਕੀਟ ਵਿੱਚ ਲੈ ਰਹੇ, ਅਸੀਂ ਉਹਦਾ ਲੈ ਹੀ 13-14,000 ਰੁਪਏ, ਉਹਦੇ 'ਚ ਵੀ ਤੁਸੀਂ ਝੂਠ ਬੋਲੋਗੇ ਤਾਂ ਫਿਰ ਮਨ ਦੁਖਦਾ ਹੈ ਕਈ ਵਾਰੀ ਇਹਦਾ ਵੀ। ਜਦੋਂ ਇਹ ਵਜੇ ਵੀ ਹੁੰਦਾ ਕੋਈ ਹਰ ਤਰ੍ਹਾਂ ਦੀ ਦੁਨੀਆ ਲੋੜਵੰਦ ਆਉਂਦੇ। ਹੁਣ ਮੈਂ ਤੁਹਾਨੂੰ ਦੱਸਾਂ, ਉੱਤੇ ਵੈਂਟੀਲੇਟਰ ਵਾਲਾ ਪੇਸ਼ੈਂਟ ਪਿਆ, ਇੱਕ ਵੈਂਟੀਲੇਟਰ ਵਾਲਾ ਪੇਸ਼ੈਂਟ ਹੈ ਜੀ। ਜੇ ਤੁਸੀਂ ਜਾਓਗੇ, ਉਹ ਸਾਡੇ ਕੋਲ ਤਕਰੀਬਨ 10-12 ਦਿਨ ਤੋਂ, ਇਸ ਤੋਂ ਪਹਿਲੇ ਪ੍ਰਾਈਵੇਟ ਸੈਂਟਰ ਹੀ ਸੀ, ਉੱਥੇ ਰੋਜ਼ 25 ਤੋਂ 30,000 ਰੁਪਈਆ ਉਹਦਾ ਖਰਚਾ ਆ ਰਿਹਾ। ਉਹਨਾਂ ਦੀ ਵਿਚਾਰਿਆਂ ਦੀ ਅਫੋਰਡੇਬਿਲਿਟੀ ਖਤਮ ਹੋ ਗਈ ਅਤੇ ਉਹਨਾਂ ਨੂੰ ਕਿਸੇ ਸਾਡੇ ਕੋਲ ਆ ਗਿਆ। ਇੱਥੇ ਉਹਦੀਆਂ ਦਵਾਈਆਂ ਜਿਹੜੀਆਂ ਲੱਗ ਰਹੀਆਂ ਨੇ, ਉਹ 7,000 ਰੁਪਏ ਦੀ ਰੋਜ਼ ਦੀ ਲੱਗ ਗਈ। ਚੌਥੇ-ਪੰਜਵੇਂ ਦਿਨ ਉਹ ਮੇਰੇ ਕੋਲ ਆ ਗਏ, ਉਹਦੇ ਰਿਲੇਟਿਵਸ ਕਹਿੰਦੇ ਜੀ ਅਸੀਂ ਇਹਨੂੰ ਸ਼ਿਫਟ ਕਰ ਰਹੇ ਹਾਂ ਗੌਰਮੈਂਟ ਹਸਪਤਾਲ ਦੇ ਵਿੱਚ, ਵੀ ਸਾਡੇ ਕੋਲ 7,000 ਰੁਪਇਆ ਵੀ ਨਹੀਂ। ਮੈਂ ਕਿਹਾ ਉੱਥੇ ਤੰਗ ਹੋ ਜਾਓਗੇ, ਕੋਈ ਪੁੱਛਣਾ ਨਹੀਂ, ਇਨਫੈਕਸ਼ਨ ਹੈਗੀ, ਵੈਂਟੀਲੇਟਰ ਦੇ ਪੇਸ਼ੈਂਟ, ਉੱਥੇ ਤਾਂ ਅਸੀਂ ਤਾਂ ਇੱਥੇ ਬੈਠੇ ਹਾਂ ਤੁਹਾਨੂੰ ਕੋਆਪਰੇਟ ਕਰਨ। ਉੱਥੇ ਜਾ ਕੇ ਉਹਨਾਂ ਦਵਾਈਆਂ ਦੀਆਂ ਪਰਚੀਆਂ ਦੇ ਦੇਣੀ, ਕਿੱਥੋਂ ਲੈ ਕੇ ਆਓਗੇ ਦਵਾਈਆਂ ਤੁਸੀਂ? ਕਹਿੰਦੇ ਫਿਰ ਤੁਸੀਂ ਕੀ ਕਹਿੰਦੇ? ਮੈਂ ਕਿਹਾ ਯਾਰ ਬੱਚੇ ਨੂੰ ਨਾ ਲੈ ਕੇ ਜਾਓ, ਤੁਸੀਂ ਇੱਥੇ ਬਚਾ ਰੱਖੋ, ਜਦੋਂ ਇਹ ਇੱਥੋਂ ਡਿਸਚਾਰਜ ਹੋਏਗਾ, ਜੋ ਤੁਹਾਡਾ ਬਿੱਲ ਬਣੇਗਾ, ਤੁਸੀਂ ਜੋ ਅਗਰ ਦੇਣਾ ਤਾਂ ਲਿਫਾਫੇ 'ਚ ਪਾ ਕੇ ਦੇਣਾ, ਮੈਂ ਤੁਹਾਨੂੰ ਸਵਾਲ ਹੀ ਨਹੀਂ ਕਰਾਂਗਾ। ਤਾਂ ਉਸ ਤੋਂ ਬਾਅਦ ਲੈ ਕੇ ਨਹੀਂ ਗਏ ਬੱਚਾ ਇੱਥੇ। ਸਗੋਂ ਮੇਰਾ ਸਟਾਫ ਕਹਿੰਦਾ ਜੀ 7 ਦੀ ਦਵਾਈ ਲੱਗਦੀ। ਮੈਂ ਕਿਹਾ ਕੋਈ ਨਹੀਂ, ਗੁਰੂ ਨਾਨਕ ਸਾਨੂੰ ਬਹੁਤ ਦਿੰਦਾ, ਔਰ ਇਹਨਾਂ ਲੋਕਾਂ ਵਾਸਤੇ ਦਿੰਦਾ ਜਿਹਦੇ ਕੋਲ ਅਫੋਰਡੇਬਿਲਿਟੀ ਨਹੀਂ, ਕਿਉਂਕਿ ਬਹੁਤ ਦੁਨੀਆ ਹੈ ਵੀ ਜੀ ਜਿਹੜੇ ਵਿਚਾਰੇ ਇਲਾਜ ਨਹੀਂ ਕਰਾ ਸਕਦੇ, ਪੈਸੇ ਨਹੀਂ। ਸਿਰਫ ਦੁਖਦ ਮਨ ਇਸ ਕਰਕੇ ਦੁਖਦਾ, ਜਿਹੜੇ ਚੰਗੇ ਭਲੇ ਬੰਦੇ ਨੇ ਉਹ ਕਈ ਵਾਰੀ ਆ ਜਾਂਦੇ ਮਿਸਯੂਜ਼ ਕਰਨਾ, ਝੂਠ ਬੋਲਦੇ, ਬਸ ਉਹ ਗੱਲ ਹਾਂ ਉਹਦੇ। ਤੁਸੀਂ ਜਿੱਦਾਂ ਦਵਾਈਆਂ ਦੀ ਗੱਲ ਕੀਤੀ ਹੈ, ਅਗਰ ਆਪਾਂ ਦਵਾਈਆਂ ਹੁਣ ਉਹ 100 ਦੇ ਹਿਸਾਬ ਨਾਲ ਤਾਂ ਰਹਿ ਹੀ ਨਹੀਂ ਗਈ ਹੈ, ਹਜ਼ਾਰਾਂ ਦੇ ਵਿੱਚ ਹੋ ਗਈ ਹੈ। ਘੱਟੋ ਘੱਟ ਅਗਰ ਨਾਰਮਲ ਦਵਾਈ ਵੀ ਆਪਾਂ ਲੈਣੀ ਤਾਂ 500 ਤੋਂ ਘੱਟ ਤਾਂ ਵੈਸੇ ਹੀ ਨਹੀਂ ਆਉਂਦੀ ਹੈ, ਨਾਰਮਲ ਖਾਂਸੀ ਜ਼ੁਕਾਮ ਦੀ ਆ ਜਾਂਦੀ ਹੈ। ਤਾਂ ਇੱਥੇ ਅਗਰ ਮੈਂ ਬਿਜ਼ਨਸ ਦੀ ਗੱਲ ਕਰਾਂ ਤਾਂ ਮੈਂ ਇਹ ਚੀਜ਼ ਸੁਣੀ ਹੈ ਕਿ ਪ੍ਰਾਈਵੇਟ ਜਿਹੜੇ ਕੈਮਿਸਟ ਵਾਲੇ ਉਹ ਕਹਿੰਦੇ ਆ ਕਿ ਇਹ 13 ਵਾਲਿਆਂ ਨੇ ਨਾ ਸਾਡਾ ਕੰਮ ਖਰਾਬ ਕਰ ਰੱਖਿਆ, ਤਾਂ ਉਹਨਾਂ ਲਈ ਤੁਸੀਂ ਕੀ ਕਹੋਗੇ? ਦੇਖੋ ਇਸ ਤਰ੍ਹਾਂ ਹੈਗਾ, ਜਿਹੜਾ ਅਸੀਂ 32 ਸੈਕਟਰ ਵਿੱਚ ਖੋਲ੍ਹਿਆ ਨਾ ਸਟੋਰ ਖੋਲ੍ਹਿਆ ਗੁਰੂ ਨਾਨਕ ਦਾ, ਉਹਦੇ ਵਿੱਚ ਅਸੀਂ ਜਿਸ ਰੇਟ 'ਤੇ ਖਰੀਦਦੇ ਹਾਂ ਨਾ, ਉਸ ਤੋਂ 5% ਆਪਣੀ ਜੇਬ 'ਚੋਂ ਪਾ ਕੇ ਦਿੰਦੇ ਹਾਂ। ਅਸੀਂ ਉੱਥੇ ਐਥੀਕਲ ਦੇ ਵਿੱਚ 25% ਡਿਸਕਾਊਂਟ ਦਿੰਦੇ ਹਾਂ, ਅਤੇ ਉਹ ਸਾਡਾ ਇੱਕ ਸੇਵਾ ਦਾ ਪ੍ਰੋਜੈਕਟ ਹੈ। ਅਤੇ ਇਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਸਾਡਾ ਬਿਜ਼ਨਸ ਖਰਾਬ ਹੋ ਗਿਆ। ਚੰਡੀਗੜ੍ਹ ਦੇ ਵਿੱਚ 200 ਕਰੋੜ ਦਾ ਬਿਜ਼ਨਸ ਹੈ ਦਵਾਈਆਂ ਦਾ, ਸਾਡੀ ਤਾਂ ਉੱਥੇ 1 ਕਰੋੜ ਦੀ ਸੇਲ ਹੈ, ਬਾਕੀ 199 ਕਰੋੜ ਤਾਂ ਹੀ ਲੈ ਰਹੇ। ਔਰ ਅੱਜ ਤੱਕ ਤੁਸੀਂ ਕੀ ਦੇਖੋ, ਸਾਡੇ ਨਾਲ ਇੱਕ ਫਾਇਦਾ ਹੋ ਗਿਆ ਜੀ, ਜਿਹੜੇ 5% 7% ਵੀ ਡਿਸਕਾਊਂਟ ਨਹੀਂ ਦਿੰਦੇ ਸੀ, ਹੁਣ ਇਹਨਾਂ ਨੂੰ ਪਤਾ ਵੀ ਜੇ ਅਸੀਂ ਡਿਸਕਾਊਂਟ ਨਹੀਂ ਦਿਆਂਗੇ ਤਾਂ ਉੱਥੇ ਚਲੇ ਜਾਣ। ਇਹ 15% ਤੇ ਆਪ ਵੀ ਆ ਗਏ ਸਾਰੇ। ਤਾਂ ਮੈਨੂੰ ਤੁਸੀਂ ਦੇਖੋ ਕਿੰਨੇ ਲੋਕਾਂ ਦਾ ਫਾਇਦਾ ਹੋ ਗਿਆ। ਔਰ ਅਸੀਂ ਇੱਕ ਚੀਜ਼ ਦੇਖਦੇ ਹਾਂ, ਚੰਡੀਗੜ੍ਹ ਦੇ ਵਿੱਚ ਕਿ ਨਾ ਜਿਹੜੇ ਪੈਨਸ਼ਨਰ ਬਹੁਤ ਜ਼ਿਆਦਾ ਨੇ। ਹੁਣ ਉਹਨਾਂ ਦਾ ਕੀ ਹੈ, ਜੋ ਏਜ ਵੱਧਦੀ ਹੈ ਪੈਨਸ਼ਨ ਉਨੀ ਹੈ, ਬਿਮਾਰੀਆਂ ਵੱਧ ਗਈਆਂ ਅਤੇ ਦਵਾਈਆਂ ਦਾ ਖਰਚਾ ਵਧੀ ਜਾਂਦਾ। ਉਹ ਇੰਨੇ ਕੁ ਖੁਸ਼ ਨੇ ਸਾਡੇ ਕੋਲੋਂ, ਉਹ ਕਹਿੰਦੇ ਜੀ ਹੁਣ ਪਹਿਲੇ ਅਸੀਂ 3 ਮਹੀਨੇ ਦੀ ਦਵਾਈ ਲੈਂਦੇ ਸੀ, ਹੁਣ 2 ਮਹੀਨੇ ਦੇ ਪੈਸਿਆਂ 'ਚ 3 ਮਹੀਨੇ ਦੀ ਦਵਾਈ ਮਿਲ ਜਾਂਦੀ। ਸੋ ਇਹ ਤਾਂ ਕੋਈ ਨਹੀਂ, ਇਹ ਤਾਂ ਸ਼ੁਰੂ ਤੋਂ ਖੇਡ ਚੱਲਦਾ ਹੈ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਪਿਛਲੇ 50 ਸਾਲ ਤੋਂ ਇਹਨਾਂ ਨੇ ਉਹ ਪੈਸੇ ਕਮਾਏ ਹੋਏ ਆ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਠੀਕ ਹੈ, ਉਹਨਾਂ ਨੇ ਆਪਣੀ ਦੁਕਾਨਦਾਰ ਕਰਨੀ, ਘਰ ਪਰਿਵਾਰ ਵੀ ਚੱਲਣਾ। ਪਰ ਕਈ ਤਾਂ ਮੈਂ ਕੋਈ ਜਾਂਦੇ ਆ ਉਹਨਾਂ ਨੂੰ, ਤਾਂ ਤੁਸੀਂ ਤਾਂ ਕੁਝ ਹੋਰ ਬੋਲਿਓ, ਕਈ ਤਾਂ ਇਹ ਬੋਲ ਦਿੰਦੇ ਉਹ ਡੁਪਲੀਕੇਟ ਦਵਾਈਆਂ ਵੇਚਦੇ। ਇੱਥੇ ਇੱਕ ਮੇਰਾ ਹੋਰ ਸਵਾਲ ਹੈ ਤੁਹਾਡੇ ਡੁਪਲੀਕੇਟ ਦਵਾਈਆਂ ਦਾ। ਇੱਕ ਜਿੱਦਾਂ ਆਪਾਂ ਐਲੋਪੈਥਿਕ ਦਵਾਈਆਂ ਲੈਂਦੇ ਹਾਂ, ਅਤੇ ਇੱਕ ਹੁੰਦੀ ਹੈ ਕੰਪਨੀ ਵਾਲੀਆਂ, ਇੱਕ ਹੁੰਦੀ ਹੈ ਜੈਨਰਿਕ ਦਵਾਈਆਂ। ਅਗਰ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਨਾ, ਕਈਆਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਜੈਨਰਿਕ ਅਤੇ ਉਹਦੇ 'ਚ ਫ਼ਰਕ ਕੀ ਹੈ। ਜਿਹਨੂੰ ਨੌਲੇਜ ਹੈ ਮਾੜੀ ਮੋਟੀ ਉਹਨਾਂ ਨੂੰ ਪਤਾ ਹੈ। ਤਾਂ ਉਹਨਾਂ ਨਾਲ ਇਹ ਸਵਾਲ ਹੈ ਕਿ ਫ਼ਰਕ ਕੀ ਹੁੰਦਾ ਸਰ? ਮੈਂ ਦੱਸਦਾ ਤੁਹਾਨੂੰ, ਦਵਾਈ ਹੋਈ ਹੁੰਦੀ ਹੈ ਜੀ, ਸੇਮ ਹੁੰਦੀ ਦਵਾਈ। ਇੱਕ ਤਾਂ ਜਿਹੜੀਆਂ ਐਥੀਕਲ ਦਵਾਈਆਂ ਹੁੰਦੀਆਂ ਨਾ, ਜਿਹੜੀਆਂ ਉਹ ਦਵਾਈਆਂ ਬਣਦੀਆਂ ਜਿਨ੍ਹਾਂ ਦੀ ਟਰਨਓਵਰ 100 ਕਰੋੜ ਤੋਂ ਉੱਤੇ ਹੁੰਦੀ। ਉਹਨਾਂ ਕੋਲ ਮਸ਼ੀਨਾਂ ਬੜੀਆਂ ਹਾਈ ਕੁਆਲਿਟੀ ਦੀਆਂ ਮਸ਼ੀਨਾਂ ਨੇ, ਉਹਨਾਂ ਦੀ ਕੈਲੀਬ੍ਰੇਸ਼ਨ ਦਵਾਈਆਂ ਦਾ ਸਟੈਂਡਰਡ ਕੁਆਲਿਟੀ ਉਹ ਮੇਨਟੇਨ ਕਰਕੇ ਰੱਖਦੇ ਆ ਬਹੁਤ ਜ਼ਿਆਦਾ। ਅਤੇ ਦੂਸਰੀ ਸਾਰਿਆਂ ਨਾਲ ਵੱਡੀ ਚੀਜ਼ ਇਹ ਹੈ ਕਿ ਦਵਾਈ ਦੋਨਾਂ ਦੀ ਸੇਮ ਹੈ। ਇੱਕ ਦਵਾਈ ਆਉਂਦੀ ਹੈ ਡਾਕਟਰ ਦੇ ਥਰੂ, ਮਤਲਬ ਉਹ ਕੀ ਕਰਦੇ ਆ, ਉਹ ਜਿਹੜੇ ਡਾਕਟਰ ਥਰੂ ਆਏਗੀ ਉਹਦੇ 'ਚ ਉਹਨਾਂ 400-500 ਆਪਣੇ ਮਾਰਕੀਟਿੰਗ ਦੇ ਬੰਦੇ ਵੀ ਰੱਖੇ ਹੋਏ ਆ, ਸੇਲ ਵਾਲੇ ਬੰਦੇ ਰੱਖੇ ਆ। ਫਿਰ ਉਹ ਡਾਕਟਰ ਨੂੰ ਵੀ ਥੋੜ੍ਹਾ ਖੁਸ਼ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਦੇ ਵੀ ਖਰਚੇ ਆ। ਅਤੇ ਉਸ ਤੋਂ ਬਾਅਦ ਨਾ ਇੱਕ ਫੇਵਰ ਉਹਨਾਂ ਨੇ ਜਿਹੜੀ ਹੈ ਮੈਡੀਸਨ ਸ਼ਾਪਸ ਵਾਲਿਆਂ ਦੀ ਕੀਤੀ ਹੋਈ ਹੈ। ਜਿਵੇਂ ਹੁਣ ਐਕਸਪਾਇਰੀ ਅਗਰ ਹੋ ਜਾਂਦੀ, ਅਤੇ ਅਗਰ ਐਥੀਕਲ ਦਵਾਈ ਹੈ ਤੁਹਾਡੇ ਕੋਲ, ਉਹ 100% ਵਾਪਸੀ ਹੈ। ਅਤੇ ਜੈਨਰਿਕ ਕੀ ਹੁੰਦਾ, ਉਹੀ ਕੰਪਨੀ ਹੁਣ ਤਾਂ ਇਹਨਾਂ ਨੇ ਕੀ ਕੀਤਾ, ਸੇਮ ਦਵਾਈ 2 ਨਾਮ 'ਤੇ ਕੱਢਦੀ ਹੈ।
ਸਿਰਫ ਨਾਮ ਚੇਂਜ ਕਰਤਾ, ਇੱਕ ਨੂੰ ਡਾਇਰੈਕਟ ਮਾਰਕੀਟ ਹੀ ਸਿੱਟ ਦਿੰਦੇ ਆ ਬਿਨਾਂ ਸੇਲਸ ਵਾਲੇ ਦੇ ਥਰੂ, ਤੇ ਇੱਕ ਡਾਕਟਰਾਂ ਥਰੂ ਆ ਜਾਂਦੀ ਹੈ। ਹੁਣ ਉਹਨਾਂ ਦੀ ਦਵਾਈ 100 ਰੁਪਏ ਦੀ ਮਿਲਦੀ ਪਈ ਹੈ, ਇੱਕ 15 ਰੁਪਏ ਦੀ ਮਿਲਦੀ ਪਈ, ਦਵਾਈ ਸੇਮ ਹੈ, ਪਰ ਪ੍ਰੋਬਲਮ ਸਾਡੇ ਸਿਸਟਮ ਇਹੋ ਜਿਹੇ ਹੈਗੇ ਨੇ, ਉਹ ਲੋਕੀ ਫੇਥ ਕਰਦੇ ਵੀ ਡਾਕਟਰ ਨੇ ਲਿਖਿਆ ਇਹ ਵਾਲਾ ਨਾਂ ਤੇ ਇਹੀ ਲਾਂਗੇ ਤਾਂ ਆਰਾਮ ਆਏਗਾ, ਤੇ ਉਹ ਫਿਰ ਲੋਕੀ ਵੀ ਹੁਣ ਕਈ ਬਜ਼ੁਰਗ ਜਾਂ ਵੱਡੇ ਮੰਨਦੇ ਨਹੀਂ, ਦਵਾਈ ਦਾ ਕੋਈ ਫਰਕ ਨਹੀਂ ਹੈ। ਤੁਹਾਡੇ ਇਸ ਪ੍ਰੋਜੈਕਟ ਦੇ ਵਿੱਚ ਜੋ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ, ਕੀ ਤੁਸੀਂ ਐਕਸਪੈਕਟ ਕਰਦੇ ਹੋ ਕਿ ਗਵਰਨਮੈਂਟ ਵੀ ਤੁਹਾਡੇ ਨਾਲ ਹੱਥ ਮਤਲਬ ਤੁਹਾਡਾ ਸਾਥ ਦੇਵੇ, ਜਾਂ ਤੁਸੀਂ ਗਵਰਨਮੈਂਟ ਤੋਂ ਸਪੋਰਟ ਮੰਗੀ ਹੋਵੇ ਉਹਨਾਂ ਨੇ ਦਿੱਤੀ ਨਾ ਹੋਵੇ? ਨਹੀਂ, ਸਾਨੂੰ ਚਾਹੀਦੀ ਨਹੀਂ। ਸਾਨੂੰ ਤਾਂ ਗੁਰੂ ਨਾਨਕ ਸਾਹਿਬ ਸਾਡੇ ਕੋਲ ਹੈਗੇ, ਸਾਨੂੰ ਜੇ ਇੰਨਾ ਵੱਡਾ ਦੁਨੀਆ ਦਾ ਬਾਦਸ਼ਾਹ ਦਾ ਪ੍ਰੋਜੈਕਟ ਹੈ ਤੇ ਫਿਰ ਉਹਦੇ ਐਸੇ ਚਾਹੀ ਨਹੀਂ। ਤੇ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਵਿਦਿਨ 3 ਮੰਥਸ ਅਸੀਂ ਚੰਡੀਗੜ੍ਹ ਵਿੱਚ 50 ਬੈੱਡਡ ਦਾ ਐਡਵਾਂਸ ਹਸਪੀਟਲ ਅਸੀਂ ਲਿਆ ਰਹੇ ਹਾਂ, ਪਰ ਗੁਰੂ ਸਾਹਿਬ ਦੀ ਕਿਰਪਾ ਰਹੀ ਤੇ 13 ਅਪ੍ਰੈਲ ਨੂੰ ਅਸੀਂ ਓਪਨਿੰਗ ਕਰ ਦਾਂਗੇ। ਬਹੁਤ ਵਧੀਆ ਸਰ, ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ, ਬਹੁਤ ਵੱਡਾ ਦਿਲ ਚਾਹੀਦਾ ਹੁੰਦਾ ਹੈ, ਨਹੀਂ ਤਾਂ ਘਰ ਦੇ ਕਹਿ ਦਿੰਦੇ ਆ ਕਿ ਤੂੰ ਕੀ ਲੈਣਾ ਸੇਵਾ ਕਰਕੇ, ਤੈਨੂੰ ਮਿਲਣਾ ਕੀ ਹੈ, ਬਟ ਜਿਹੜੀ ਦੁਆਵਾਂ ਲੱਗਦੀਆਂ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਅਸੀਂ ਅੱਜ ਤੱਕ ਇਹੀ ਦੇਖਿਆ ਜੀ, ਸਾਡੇ ਜਿੰਨੇ ਪ੍ਰੋਜੈਕਟ ਚੱਲਦੇ ਨੇ, ਹੁਣ 5 ਹਸਪਤਾਲ ਸਾਡੇ ਚੱਲਦੇ ਪਏ, ਜਿੰਨੇ ਪ੍ਰੋਜੈਕਟ ਚੱਲਦੇ ਆ ਉਹ ਸਭ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਤੇ ਲੋਕਾਂ ਦੀਆਂ ਅਸੀਸਾਂ ਨਾਲ ਚੱਲਦੇ ਆ, ਔਰ ਅਸੀਂ ਅੱਜ ਤੱਕ ਕਿਧਰੇ ਵੀ ਪੈਸੇ ਇਕੱਠੇ ਕਰਨ ਨਹੀਂ ਜਾਂਦੇ। ਲੋਕੀ ਹੁਣ ਆਪ ਸਾਡੇ ਕੋਲ ਆਉਂਦੇ ਵੀ ਅਸੀਂ ਇੱਥੇ ਤੁਹਾਨੂੰ ਕੋਈ ਮਸ਼ੀਨ ਦੇਣੀ ਹੈ, ਕੁਛ ਦੇਣੀ, ਤਾਂ ਉਹਦੀ ਕਿਰਪਾ। ਹੁਣ ਜਿਹੜਾ ਨਵਾਂ ਹਸਪਤਾਲ ਅਸੀਂ ਫਾਈਨਲ ਕਰ ਰਹੇ, 1 ਕਰੋੜ ਦੀਆਂ ਮਸ਼ੀਨਾਂ ਸਾਡੇ ਕੋਲ ਉੱਤੇ ਪੈਕ ਪਈਆਂ ਨੇ, 2 ਮਹੀਨੇ ਹੋ ਗਏ, ਅਸੀਂ ਖੋਲ ਵੀ ਨਹੀਂ ਸਕੇ, ਸਾਡੇ ਕੋਲ ਜਗ੍ਹਾ ਨਹੀਂ, ਤੇ ਉਹ ਆਪੇ ਹੀ ਸੰਗਤ ਆਈ ਜਾਂਦੀ ਹੈ, ਸਾਨੂੰ ਆਪੇ ਹੀ ਦੇਈ ਜਾਂਦੇ, ਔਰ ਅਸੀਂ ਐਕਸਪੈਕਟ ਕਰਦੇ ਹਾਂ ਵੀ ਬਹੁਤ ਜਲਦੀ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਇੱਕ ਸਾਡੀ ਫੀਲਡ ਰਹਿ ਗਈ ਹੈ ਜਿਹੜੀ ਹਾਰਟ ਦੀ ਹੈ, ਜਿਹਦੇ 'ਚ ਬਹੁਤ ਐਕਸਪਲੋਇਟੇਸ਼ਨਸ ਹੈਗੀਆਂ, ਜਿਹਦੇ ਸਟੰਟ ਪੈਣੇ, ਸਰਜਰੀ, ਤੇ ਮੈਨੂੰ ਲੱਗਦਾ ਹੈ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਇਸ ਸਾਲ, ਨਵੇਂ ਸਾਲ ਦੇ ਵਿੱਚ ਆਪਾਂ ਉਹ ਕਰਦੇ। ਔਰ ਦਾ ਸਾਡਾ ਹੈਗਾ ਉਹ ਪਹਿਲੀ ਦੁਨੀਆ ਜਗ੍ਹਾ ਹੋਏਗੀ ਜਿਹੜਾ ਗਰੀਬ ਬੰਦੇ ਦਾ ਹਾਰਟ ਦਾ ਸਟੰਟ ਫ੍ਰੀ ਪਏਗਾ। ਇਹ ਮੇਰੀ ਨਾ ਉਹ ਹੈਗੀ ਇੱਕ ਡਰੀਮ ਹੈ ਵੀ ਉਹ ਦਿਨ ਕਦੋਂ ਗੁਰੂ ਨਾਨਕ ਸਾਹਿਬ ਲਿਆਉਣਗੇ ਜਿੱਥੇ ਕੋਈ ਗਰੀਬ ਬੰਦਾ ਬੈਠਾ ਹੈ ਤੇ ਉਹ ਆ ਗਿਆ ਮੇਰੇ ਹਾਰਟ 'ਚ ਸਟੰਟ ਪੈਣਾ, ਤੇ ਅਸੀਂ ਕਹਾਂਗੇ ਗੁਰੂ ਨਾਨਕ ਦੇ ਘਰ ਆਇਆ ਤੇ ਤੇਰਾ ਫ੍ਰੀ ਪਏਗਾ। ਕਿਉਂਕਿ PGI ਦੇ ਵਿੱਚ ਰਸ਼ ਨਾ, ਉਹ ਡੇਟਾਂ ਦੇ ਦਿੰਦੇ ਆ, ਉਹ ਵਿਚਾਰਾ ਕੀ ਕਰਦਾ, ਅਸੀਂ ਦੇਖਦੇ ਹਾਂ ਨਾ, ਉਹ ਘਰ ਗਿਰਵੀ ਰੱਖ ਆਏਗਾ, ਗਾਂ ਗਿਰਵੀ ਰੱਖ ਆਏਗਾ, ਮੱਝ ਗਿਰਵੀ ਰੱਖ ਆਏਗਾ, ਉਹਨੂੰ ਤਾਂ ਕਹਿੰਦਾ ਬੰਦਾ ਬਚਾਉਣਾ ਹੈ ਆਪਣਾ। ਤਾਂ ਬੜਾ ਦੁੱਖ ਲੱਗਦਾ ਸਾਡੇ ਕੋਲ ਕੋਈ ਆਉਂਦਾ ਨਾ, ਅਸੀਂ ਤਾਂ ਉਹਨੂੰ ਇਹ ਵੀ ਕਹਿੰਦੇ ਨੇ ਭਾਈ ਤੂੰ ਇਲਾਜ ਕਰਾ ਜਾ, ਪੈਸੇ ਵੀ ਲੈ ਲੈ, ਸਾਡੇ ਕੋਲ ਸਾਨੂੰ ਕੋਈ ਪ੍ਰੋਬਲਮ ਨਹੀਂ, ਗੁਰੂ ਦੇ ਰਿਹਾ ਸਾਨੂੰ। ਸੋ ਮੈਨੂੰ ਲੱਗਦਾ ਹੈ ਗੁਰੂ ਕਿਰਪਾ ਕਰੇ, ਜਿਸ ਦਿਨ ਉਹ ਹੋ ਗਿਆ ਫਿਰ ਲੱਗਦਾ ਹੈਗਾ ਸਾਨੂੰ ਵੀ ਅਸੀਂ ਹੁਣ ਮਤਲਬ ਅੱਛੇ ਲੈਵਲ 'ਤੇ ਅਸੀਂ ਇੱਕ ਮਤਲਬ ਚਾਹੇ ਉਹ 40 ਦੇ ਵੰਗਣ 300 ਬੈੱਡ ਨਾ ਹੋਵੇ, ਚਾਹੇ ਬੈੱਡ 50 ਹੀ ਹੋਣ, ਪਰ ਅਸੀਂ ਟਾਕਰਾ ਮਾਰ ਲਾਂਗੇ ਉਹਨੂੰ ਵੀ। ਤੁਸੀਂ ਪੈਸੇ ਕਮਾਓ, ਅਸੀਂ ਅਸੀਸਾਂ ਕਮਾਵਾਂਗੇ। ਸੋ ਆਖਰੀ ਸਵਾਲ ਹੈ ਸਰ, ਜਿੱਦਾਂ 2 ਸਾਲ ਪਹਿਲਾਂ ਕੋਵਿਡ ਆਇਆ, ਬਹੁਤ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ, ਹੁਣ ਮੁੜ ਫਿਰ ਇੰਡੀਆ ਦੇ ਵਿੱਚ ਕੇਸਿਸ ਆ ਰਹੇ, 200 ਤੋਂ ਵੱਧ ਕੇਸਿਸ ਹੋ ਗਏ ਆ ਹੁਣ ਤਾਂ। ਹੁਣ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਪਹਿਲਾਂ ਵੀ ਕੋਵਿਡ ਦੇ ਵਿੱਚ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੁਰੂ ਕੀਤਾ, ਤੇ ਹੁਣ ਜਿੱਦਾਂ ਕੋਵਿਡ ਆ ਰਿਹਾ ਤਾਂ ਹੁਣ ਹੋਰ ਕੀ ਤੁਹਾਡਾ ਲੋਕਾਂ ਦੇ ਲਈ ਹੋਰ ਕੀ ਮੋਟਿਵ ਹੋਏਗਾ? ਮੈਂ ਕਹਿੰਦਾ ਅਰਦਾਸ ਕਰਦੇ ਹਾਂ ਵੀ ਇਹੋ ਜਿਹਾ ਸਮਾਂ ਨਾ ਹੋਵੇ। ਅਗਰ ਕੁਛ ਇਹੋ ਜਿਹਾ ਸਮਾਂ ਬਣੇਗਾ ਤਾਂ ਅਸੀਂ ਸਾਰੇ ਹਸਪਤਾਲ ਟੋਟਲ ਵੈਂਟੀਲੇਟਰ ਟੋਟਲ ਫ੍ਰੀ ਕਰ ਦਾਂਗੇ, ਟੋਟਲ ਫ੍ਰੀ ਕਰ ਦਾਂਗੇ, ਲੰਗਰ ਵੀ ਚਲਾਵਾਂਗੇ, ਸਭ ਕੁਝ ਕਰਾਂਗੇ, ਵੈਂਟੀਲੇਟਰ, ਐਡਮਿਸ਼ਨ, ਦਵਾਈਆਂ ਸਭ ਕੁਝ ਫ੍ਰੀ ਕਰਾਂਗੇ, ਕਿਉਂਕਿ ਲੋਕਾਂ ਦੀ ਦਿੱਤੀ ਹੋਈ ਦਾਤ ਨਾਲ ਹੀ ਬਣੀ ਹੋਈ ਹੈ ਚੀਜ਼। ਸਾਡੇ ਖੁੱਲ੍ਹੇ ਨੇ ਦਰਵਾਜ਼ੇ ਸਾਰਿਆਂ ਵਾਸਤੇ। ਥੈਂਕ ਯੂ ਸੋ ਮਚ ਸਰ। ਥੈਂਕ ਯੂ। ਸੋ ਇਹ ਸੀ ਸਾਡੇ ਨਾਲ ਸੱਭਰਵਾਲ ਜੀ, ਜਿਨ੍ਹਾਂ ਨੇ 13 ਹਸਪੀਟਲ ਦੀ ਚੇਨ ਸ਼ੁਰੂ ਕੀਤੀ ਹੈ। ਇੱਕ ਬਹੁਤ ਅੱਛਾ ਜਿਹੜੀ ਫੈਸਿਲਿਟੀ ਹੈ ਲੋਕਾਂ ਨੂੰ 13 ਰੁਪਏ ਦੇ ਵਿੱਚ ਮਿਲ ਰਹੀ ਹੈ, 13 ਰੁਪਏ ਦੇ ਵਿੱਚ ਦਵਾਈਆਂ ਮਿਲ ਰਹੀਆਂ ਇੱਕ ਦਿਨ ਦੀ, ਜਿੱਥੇ ਲੋਕ ਅਗਰ ਆਪਾਂ ਅੱਜ ਕੱਲ੍ਹ ਦੀ ਗੱਲ ਕਰੀਏ ਹਜ਼ਾਰਾਂ ਦੇ ਵਿੱਚ ਦਵਾਈਆਂ ਆ ਰਹੀਆਂ, ਉੱਥੇ ਇਹਨਾਂ ਨੇ ਐਡਾ ਅੱਛਾ ਇਨੀਸ਼ੀਏਟਿਵ ਲਿਆ ਕਿ ਲੋਕਾਂ ਦੀ ਸੇਵਾ ਕਰ ਰਹੇ ਹੈ ਤੇ 13 ਪ੍ਰੋਜੈਕਟ ਨੂੰ ਅੱਗੇ ਵਧਾ ਰਹੇ ਹੈ। ਕੈਮਰਾਮੈਨ ਜਸ਼ਨ ਦੇ ਨਾਲ ਮੈਂ ਜਸਵੀਰ ਕੌਰ, ਡੇਲੀ ਪੋਸਟ ਪੰਜਾਬੀ।